ਸੋ ਸਟੂਡੈਂਟਸ ਜਿਸ ਤਰ੍ਹਾਂ ਅਸੀਂ ਆਈਡੈਂਟੀਟੀਜ਼ ਪੜ੍ਹ ਰਹੇ ਸੀ ਔਰ ਪਿਛਲੇ ਲੈਕਚਰ 'ਚ ਅਸੀਂ ਕਿਊਬਿਕ x ਪਲੱਸ ਵਾਈ ਕਿਊਬ ਆਈਡੈਂਟੀਟੀ ਡਿਸਕਸ ਕੀਤੀ ਸੀ। ਉਹਦੀ ਐਕਸਪੈਂਸ਼ਨ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤੀ ਸੀ ਕਿਸ ਤਰੀਕੇ ਨਾਲ ਆਈ ਹੈ। ਹੁਣ ਅਸੀਂ ਨੈਕਸਟ ਜਿਹੜਾ ਕਰ ਰਹੇ ਹਾਂ ਉਹ ਆਪਾਂ ਐਗਜ਼ਾਮਪਲ ਕਰ ਰਹੇ ਹਾਂ। ਐਗਜ਼ਾਮਪਲ ਨੰਬਰ 23 ਹੈ, ਇਵੈਲੂਏਟ ਈਚ ਆਫ ਦਾ ਫੋਲੋਇੰਗ ਯੂਜ਼ਿੰਗ ਸੁਟੇਬਲ ਆਈਡੈਂਟੀਟੀ। ਦੇਖੋ ਅਸੀਂ ਇਵੈਲੂਏਟ ਕਰਨਾ ਚਾਹੁੰਦੇ ਹਾਂ 104 ਦਾ ਕਿਊਬ ਐਂਡ 999 ਦਾ ਕਿਊਬ ਅਸੀਂ ਇਵੈਲੂਏਟ ਕਰਨਾ। ਕਲੀਅਰ? ਇਹਨੂੰ ਆਪਾਂ ਆਈਡੈਂਟੀਟੀ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਸੋਲਵ ਕਰ ਸਕਦੇ ਹਾਂ, ਧਿਆਨ ਦਿਓ। ਦੇਖੋ 104 ਨੂੰ ਮੈਂ ਲਿਖ ਸਕਦਾ 100 ਪਲੱਸ 4, ਕਿਉਂਕਿ 100 ਨੂੰ ਪਲੱਸ 4 ਕਰਾਂਗਾ ਤੇ ਮੇਰੇ ਕੋਲ 104 ਹੀ ਬਣੇਗਾ। ਠੀਕ ਹੈ, ਪਾਵਰ ਉਹਦੀ 3 ਹੈ ਤੇ ਪਾਵਰ ਇੱਥੇ 3 ਲਿਖਤੀ। ਹੁਣ ਅੱਗੇ ਬੱਚੇ ਕੀ ਕਰਾਂਗੇ, ਅਸੀਂ ਆਈਡੈਂਟੀਟੀ ਲਗਾਵਾਂਗੇ। ਆਈਡੈਂਟੀਟੀ ਸਾਡੇ ਕੋਲ ਕੀ ਸੀ, ਆ ਦੇਖੋ x ਕਿਊਬ ਪਲੱਸ ਵਾਈ ਕਿਊਬ ਪਲੱਸ 3xy ਸਾਰੀ ਦੀ ਸਾਰੀ ਆਈਡੈਂਟੀਟੀ ਆਪਾਂ ਇੱਥੇ ਲਗਾ ਦਾਂਗੇ। ਠੀਕ ਹੈ, ਹੁਣ ਇਹ ਵਾਲੀ ਟਰਮ ਇਹਨੂੰ ਆਪਾਂ ਕੀ ਲਿਆ, x ਲਿਆ। ਇਹ ਵਾਲੀ ਟਰਮ ਇਹਨੂੰ ਆਪਾਂ ਕੀ ਲਿਆ, ਇਹਨੂੰ ਆਪਾਂ y ਲਿਆ। ਕਲੀਅਰ? ਹੁਣ ਇਹ x ਹੈ ਔਰ ਇਹ y ਹੈ। ਹੁਣ ਆਪਾਂ ਵੈਲਿਊ ਫਿਲ ਕਰਦੇ ਹਾਂ। ਫਸਟ ਦਾ ਕਿਊਬ ਕਰਤਾ, 100 ਦਾ ਕਿਊਬ ਆ ਗਿਆ, ਫਿਰ y ਦਾ ਕਿਊਬ ਆ ਗਿਆ, ਪਲੱਸ 3 ਲਗਾਉਣਾ ਹੀ ਹੁੰਦਾ ਆਪਣੇ ਵੱਲੋਂ, ਫਿਰ ਨਾਲ ਆ ਗਿਆ x ਐਂਡ y, ਫਿਰ ਕੀ ਆ ਗਿਆ x ਪਲੱਸ y ਅਕੋਰਡਿੰਗ ਟੂ ਦਿਸ ਆਈਡੈਂਟੀਟੀ। ਬਸ ਮੈਂ ਇੱਥੇ 100 ਨੂੰ ਕੀ ਲੈ ਕੇ ਚੱਲਿਆ, ਮੈਂ 100 ਨੂੰ 100 ਲੈ ਕੇ ਚੱਲਿਆ ਔਰ y ਨੂੰ 4 ਲੈ ਕੇ ਚੱਲਿਆ। ਕਲੀਅਰ? ਇਹ ਵੈਲਿਊਜ਼ ਮੈਂ ਇਹਦੇ ਵਿੱਚ ਫਿਲ ਕਰ ਦਿੱਤੀਆਂ। ਜਦੋਂ 100 ਦਾ ਕਿਊਬ ਨਿਕਾਲਾਂਗੇ 2 0 ਹੈ ਤੋ ਇਹਦੇ ਨਾਲ 6 0 ਲਗਾ ਦਾਂਗੇ, 1 2 3 4 5 6। ਕਿਉਂ? ਕਿਉਂਕਿ ਪਾਵਰ 3 ਹੈ। ਠੀਕ ਹੈ, ਉਸ ਤੋਂ ਬਾਅਦ 4 ਨੂੰ 3 ਵਾਰੀ ਮਲਟੀਪਲਾਈ ਕਰੋਗੇ, ਇਹ ਐਕਚੁਅਲੀ ਇੱਥੇ 100 ਨੂੰ 3 ਵਾਰੀ ਮਲਟੀਪਲਾਈ ਕੀਤਾ, ਇਹਦੇ 4 ਨੂੰ 3 ਵਾਰੀ ਮਲਟੀਪਲਾਈ ਕਰੋਗੇ ਇੰਨਾ ਆਏਗਾ। 3 ਨੂੰ ਮਲਟੀਪਲਾਈ ਕਰੋਗੇ 100 ਨਾਲ 300 ਨੂੰ 4 ਨਾਲ ਕਰੋਗੇ 1200, ਅੰਦਰ ਹੈਗਾ 100 ਪਲੱਸ 4। ਫਿਰ ਇਹ 1200 ਨੂੰ ਪਹਿਲਾਂ ਆਪਾਂ ਇੰਨਾ ਮਲਟੀਪਲਾਈ ਕਰਾਂਗੇ, ਕੀ ਬਣੇਗਾ 2 0 ਇੱਥੇ 2 0 ਕਿੰਨੇ ਹੋ ਗਏ, 4 0 ਹੋ ਗਏ ਟੋਟਲ। ਠੀਕ ਹੈ, ਫਿਰ ਜਦੋਂ ਤੁਸੀਂ ਇਹਨੂੰ 4 ਨਾਲ ਮਲਟੀਪਲਾਈ ਕਰੋਗੇ ਦੈਨ ਯੂ ਵਿਲ ਹੈਵ 1200 ਇੰਟੂ 4 ਵਿਚ ਇਜ਼ 4800। ਠੀਕ ਹੈ ਬੱਚੇ, ਫਿਰ ਤੁਹਾਡੇ ਕੋਲ ਇਹਨੂੰ ਸਾਰਿਆਂ ਨੂੰ ਪਲੱਸ ਕਰ ਦੋਗੇ, ਤੁਹਾਡੇ ਕੋਲ ਇਹ ਆਨਸਰ ਆ ਜਾਏਗਾ। ਬਹੁਤ ਹੀ ਆਸਾਨ ਹੈ। ਸਿਮਿਲਰਲੀ ਜਿਹੜਾ ਹੁਣ ਤੁਹਾਡੇ ਕੋਲ ਸੈਕਿੰਡ ਪਾਰਟ ਹੈਗਾ ਇਹਦਾ ਐਗਜ਼ਾਮਪਲ ਦਾ, ਇਹਨੂੰ ਧਿਆਨ ਦਿਓ। ਇਹਦੇ 'ਚ ਹੈਗਾ 999 ਦਾ ਕਿਊਬ। 999 ਦਾ ਕਿਊਬ ਦਾ ਮਤਲਬ ਕੀ ਹੈ, 1000 ਮਾਈਨਸ 1 ਆਪਾਂ ਇਹਨੂੰ ਲਿਖ ਸਕਦੇ ਹਾਂ। ਅਤੇ ਇੱਥੇ ਆਈਡੈਂਟੀ ਕਿਹੜੀ ਯੂਜ਼ ਕਰਾਂਗੇ, ਅਸੀਂ ਆਈਡੈਂਟੀ ਨੰਬਰ 2 ਯੂਜ਼ ਕਰਾਂਗੇ, ਕਿਉਂਕਿ ਇੱਥੇ ਸਾਈਨ ਨੈਗੇਟਿਵ ਹੈ। ਠੀਕ ਹੈ, ਨੈਗੇਟਿਵ ਸਾਈਨ ਹੈ, ਇਸ ਕਰਕੇ ਆਪਾਂ ਇੱਥੇ ਨੈਗੇਟਿਵ ਲਵਾਂਗੇ। ਕਲੀਅਰ? ਫਿਰ ਇਹਦੇ ਵਿੱਚ ਕੀ ਲਵਾਂਗੇ ਆਪਾਂ, ਹੁਣ ਇੱਥੇ x ਨੂੰ ਕੀ ਲਵਾਂਗੇ, x ਦੀ ਜਗ੍ਹਾ ਕੀ ਲਵਾਂਗੇ 1000 ਔਰ y ਦੀ ਜਗ੍ਹਾ ਕੀ ਲਵਾਂਗੇ 1। ਕਲੀਅਰ ਹੈ? ਇਹ ਸੈਕਿੰਡ ਵਾਸਤੇ। ਠੀਕ ਹੈ ਬੱਚੇ, तो देखो ਅਕੋਰਡਿੰਗ ਟੂ ਦਿਸ ਅਸੀਂ ਉਹੀ ਫਿਲ ਕਰਾਂਗੇ। ਕਲੀਅਰ? ਸੇਮ ਆਈਡੈਂਟੀ ਵਾਂਗੂ ਫਸਟ ਦਾ ਕਿਊਬ ਕਰ ਦੇਣਾ, ਫਿਰ ਮਾਈਨਸ, ਸੈਕਿੰਡ ਦਾ ਕਿਊਬ ਕਰ ਦੇਣਾ, ਵਾਈ ਦਾ ਕਿਊਬ ਕਰ ਦੇਣਾ, ਫਿਰ -3 ਲਗਾਉਣਾ ਹੀ ਹੁੰਦਾ ਆਪਣੇ ਕੋਲੋਂ। ਇਹ ਤਾਂ ਫਿਕਸ ਹੈ, 3 ਤਾਂ ਲਗਾਉਣਾ ਅਸੀਂ ਇੰਟੂ 1000 ਇੰਟੂ 1 ਐਂਡ 1000 ਮਾਈਨਸ 1। ਇਹਨੂੰ 3 ਟਾਈਮ ਮਲਟੀਪਲਾਈ ਕਰੋਗੇ 1000 ਨੂੰ ਅਤੇ ਕਿੰਨੀਆਂ 0 ਆਉਣਗੀਆਂ 9। ਕਲੀਅਰ? 1 ਨੂੰ ਜਿੰਨੀ ਵਾਰੀ ਮਰਜ਼ੀ ਮਲਟੀਪਲਾਈ ਕਰਿਓ ਉਹ 1 ਹੀ ਰਹੇਗਾ। 3 ਨੂੰ 1000 ਨਾਲ ਮਲਟੀਪਲਾਈ ਕਰੋਗੇ ਯੂ ਹੈਵ 3000। ਓਕੇ, ਫਿਰ ਇਹ ਐਜ਼ ਇਟ ਇਜ਼ ਆ ਗਿਆ। ਉਹ ਦੇਖੋ ਨੈਕਸਟ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ, 3000 ਨੂੰ ਪਹਿਲਾਂ ਇੰਨਾ ਮਲਟੀਪਲਾਈ ਕਰਾਂਗੇ, ਫਿਰ 3000 ਨੂੰ ਅਸੀਂ 1 ਨਾਲ ਮਲਟੀਪਲਾਈ ਕਰਾਂਗੇ। 3000 ਨੂੰ ਜਦੋਂ ਤੁਸੀਂ 1000 ਨਾਲ ਮਲਟੀਪਲਾਈ ਕਰੋ ਯੂ ਵਿਲ ਹੈਵ 6 zeros। ਠੀਕ ਹੈ ਬੱਚੇ, ਫਿਰ ਜਦੋਂ ਤੁਸੀਂ 3000 ਨੂੰ -1 ਨਾਲ ਮਲਟੀਪਲਾਈ ਕਰੋਗੇ, ਹੁਣ ਮਾਈਨਸ ਦਾ ਸਾਈਨ ਹੈ, ਇੱਥੇ ਬਾਹਰ ਵੀ ਮਾਈਨਸ ਦਾ ਸਾਈਨ ਹੈ, ਤਾਂ ਮਾਈਨਸ ਦਾ ਬਾਹਰ ਜਦੋਂ ਸਾਈਨ ਹੋਵੇ ਤਾਂ ਅੰਦਰ ਸਾਰੇ ਸਾਈਨ ਚੇਂਜ ਹੁੰਦੇ ਆ, ਤਾਂ ਇੱਥੇ ਸਾਈਨ ਚੇਂਜ ਹੋ ਗਿਆ, ਪਲੱਸ ਹੋ ਗਿਆ। ਸੋ ਦਿਸ ਇਜ਼ 1000। ਫਿਰ ਜਦੋਂ ਤੁਸੀਂ ਇਹਨੂੰ ਕੈਲਕੂਲੇਸ਼ਨ ਕਰੋਗੇ ਦਿਸ ਇਜ਼ ਯੋਰ ਆਂਸਰ। ਠੀਕ ਹੈ, ਸੋ ਦਿਸ ਇਜ਼ ਐਨ ਐਪਲੀਕੇਸ਼ਨ ਆਫ ਦਿਸ ਟੂ ਆਈਡੈਂਟੀਜ਼। ਓਕੇ, ਸੋ ਬੱਚੇ ਦੇਖੋ एग्जाम्पल नंबर 24 देखो, वेरी इजी। फैक्टोराइज 8x क्यूब प्लस 27y क्यूब प्लस 36x स्क्वेयर y प्लस 54x एंड y स्क्वेयर। बच्चे इनू फैक्टोराइज करना है। ठीक है, फैक्टोराइज करना इट मीनस इनू कंप्लीटली असी प्रोडक्ट फॉर्म के लिखना है। क्लीयर?
ਸਭ ਤੋਂ ਪਹਿਲਾਂ ਤੁਹਾਡੇ ਮਾਈਂਡ ਦੇ ਵਿੱਚ ਇੱਕੋ ਗੱਲ ਆਉਣੀ ਚਾਹੀਦੀ ਹੈ, ਇੱਥੇ ਆਪਣੇ ਕੋਲ ਉਹੀ ਆਇਡੈਂਟੀ ਲੱਗਣੀ ਚਾਹੀਦੀ ਹੈ ਜਿਹੜੀ ਆਪਾਂ ਆਇਡੈਂਟੀ ਹੁਣੇ ਡਿਸਕਸ ਕੀਤੀ ਸੀ, a + b ਦਾ ਹੋਲ ਕਿਊਬ। ਕਿਹੜੀ ਵਾਲੀ ਆਇਡੈਂਟੀ? ਦਿਸ ਵਾਲ, a + b ਦਾ ਹੋਲ ਕਿਊਬ, a³ + b³ + 3ab, ਇਹ ਵਾਲੀ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਇੱਥੇ ਦੇਖੋ ਤੁਹਾਡੇ ਕੋਲ ਫਸਟ ਜਿਹੜੀ ਉਹਦੀ ਪਾਵਰ ਕਿਊਬ ਆ ਰਹੀ ਹੈ, ਹਾਈਐਸਟ ਡਿਗਰੀ ਕੀ ਆ ਰਹੀ ਹੈ? ਕਿਊਬ ਆ ਰਹੀ ਹੈ, ਇਸ ਕਰਕੇ ਆਪਾਂ ਉਹ ਲਗਾ ਸਕਦੇ ਹਾਂ। ਠੀਕ ਹੈ, ਪਹਿਲਾਂ ਸਾਨੂੰ ਉਹਦੀ ਐਕਸਪੈਂਡ ਫੋਰਮ ਕਰਕੇ ਉਹਦੇ ਵਾਂਗੂ ਬਣਾਉਣਾ ਪਏਗਾ। ਕਲੀਅਰ? ਪਹਿਲਾਂ ਅਸੀਂ ਦੇਖੋ ਇਹਨੂੰ ਆਪਾਂ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ ਕਿ ਮੈਨੂੰ ਇਹਨੂੰ ਲਿਖ ਸਕਦਾ ਫਸਟ ਟਰਮ ਨੂੰ। ਦੇਖੋ 8 ਨੂੰ ਮੈਂ 2 ਦੀ ਪਾਵਰ 3 ਲਿਖ ਸਕਦਾ, ਯੈਸ ਲਿਖ ਸਕਦਾ। x ਦੀ ਪਾਵਰ 3 ਤੇ ਹੈਗੀ ਹੈ। 27 ਨੂੰ ਮੈਂ ਕੀ ਲਿਖ ਸਕਦਾ ਬੱਚੇ? 27 ਨੂੰ ਮੈਂ 3 ਦੀ ਪਾਵਰ 3 ਲਿਖ ਸਕਦਾ, ਯੈਸ ਕੋਈ ਪ੍ਰੋਬਲਮ ਨਹੀਂ ਹੈ। y ਦੀ ਕਿਊਬ ਨਾਲ ਆ ਗਿਆ। ਉਸ ਤੋਂ ਬਾਅਦ ਦੇਖੋ 36। ਹੁਣ 36 ਨੂੰ ਮੈਂ ਕੀ ਲਿਖਣਾ ਹੈਗਾ? 36 ਨੂੰ ਮੈਂ ਕੀ ਤੋੜ ਕੇ ਇਹਨੂੰ ਫੈਕਟਰਾਈਜ਼ ਕਰ ਲਿਆ ਕਰੋ। ਵੈਸੇ ਇਹਨੂੰ ਤੁਸੀਂ ਪ੍ਰਾਈਮ ਫੈਕਟਰਾਈਜ਼ ਕਰੋਗੇ, ਤੁਹਾਡੇ ਕੋਲ 36x ਨੂੰ ਮੈਂ ਕਿਸ ਤਰ੍ਹਾਂ ਲਿਖ ਸਕਦਾ? ਦੇਖੋ 3 4 12, 12 3 36। ਕਲੀਅਰ? ਨਾਲ ਕੀ ਹੈ? x² ਐਂਡ y ਹੈਗਾ। ਕਲੀਅਰ? ਇਟ ਮੀਨਸ ਆਪਾਂ 4 ਨੂੰ ਆਪਾਂ ਲਿਖ ਸਕਦੇ 2 ਦੀ ਪਾਵਰ 2 ਪ੍ਰਾਈਮ ਫੈਕਟਰਾਈਜ਼ ਕਰ ਲਿਆ ਕਰੋ ਇਹਨੂੰ ਇਸ ਤਰੀਕੇ ਦੇ ਨਾਲ। ਤੁਸੀਂ ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿ ਕਿਹੜੇ ਫੈਕਟਰ ਬਣਦੇ ਪਏ ਆ, ਤਾਂ ਇਸ ਤਰੀਕੇ ਨਾਲ ਪ੍ਰਾਈਮ ਫੈਕਟਰਾਈਜੇਸ਼ਨ ਤੁਹਾਨੂੰ ਆਉਂਦੀ ਹੈ। 36 ਨੂੰ ਤੋੜ ਕੇ ਲਿਖ ਲਿਆ ਕਰੋ। 2 ਤੇ 1 ਐਂਡ 8, ਫਿਰ 2 ਤੇ ਕੀ ਆਏਗਾ ਬੱਚੇ? 9, ਫਿਰ ਕੀ ਆਏਗਾ? 3 और तो ਕੀ मतलब कि 2 2 बारी आया, 3 भी 2 बारी आया। क्लियर? 2 2 बारी आया, 2 ਦੀ ਪਾਵਰ 2, और 3 भी 2 बारी आया। क्लियर? ਇਹ ਆ ਗਿਆ ਤੁਹਾਡੇ ਕੋਲ 36x²। ਸੋ ਇਸੇ ਤਰ੍ਹਾਂ ਤਰੀਕੇ ਨਾਲ 54xy² ਨੂੰ ਵੀ ਤੁਸੀਂ ਪ੍ਰਾਈਮ ਫੈਕਟਰਾਈਜੇਸ਼ਨ ਕਰਕੇ ਲਿਖ ਸਕਦੇ ਹੋ। ਇਟ ਮੀਨ ਜੋ ਤੁਹਾਡੇ ਕੋਲ ਆਇਆ ਨਾ 54 ਦਾ ਜੋ ਆਇਆ ਔਰ 36x² ਦਾ ਜੋ ਆਇਆ ਉਹ ਆਪਾਂ ਇੱਥੇ ਲਿਖਤਾ। 36 ਦੀ ਜਗ੍ਹਾ ਆਪਾਂ ਇਹ ਲਿਖਤਾ, ਇਹ ਜੋ ਆਇਆ ਸੀ ਸਾਡੇ ਕੋਲ, ਔਰ 54 ਦੀ ਜਗ੍ਹਾ ਆਪਾਂ ਲਿਖਤਾ ਜੋ ਆਇਆ ਸਾਡੇ ਕੋਲ ਇਹ ਵਾਲਾ, ਆਪਾਂ ਇੱਥੇ ਲਿਖਤਾ। ਕਲੀਅਰ? ਹਮੇਸ਼ਾ ਇਹ ਗੱਲ ਯਾਦ ਰੱਖੋ ਕਿਉਂਕਿ ਇੱਥੇ ਜਿਹੜੀ ਫਸਟ ਟਰਮ ਹੈ, ਫਸਟ ਔਰ ਸੈਕਿੰਡ ਟਰਮ ਹੈ, ਠੀਕ ਹੈ, ਮੈਂ ਉਹੀ ਚੀਜ਼ ਬਣਾ ਕੇ ਲਿਖਣੀ ਹੈ। 2x ਦੇਖੋ 2x ਇੱਥੇ ਆ ਰਿਹਾ ਨਾ, ਮੈਂ 2x ਲਿਖਿਆ ਹੈ ਔਰ ਇੱਥੇ ਵੀ 2x ਲਿਖਿਆ ਹੈ। ਠੀਕ ਹੈ, ਇੱਥੇ 3y ਆ ਰਿਹਾ ਅਤੇ ਇੱਥੇ ਵੀ ਮੈਂ 3y ਬਣਾਇਆ, ਇੱਥੇ ਵੀ 3y। ਆਪਣੇ ਕੋਲ ਲਿਖਣਾ ਨਹੀਂ, ਉਹ ਆਟੋਮੈਟਿਕਲੀ ਆਪੇ ਬਣੇਗਾ। ਠੀਕ ਹੈ, ਉਹ ਦੇਖੋ ਕੀ ਹੋਇਆ। ਠੀਕ ਹੈ, ਇਹਨੂੰ ਐਜ਼ ਇਟ ਇਜ਼ ਹੀ ਲਿਖਿਆ ਮੈਂ। ਦੇਖੋ 2 ਦੀ ਪਾਵਰ 2 ਐਂਡ x, 2x ਇਹਦੀ ਪਾਵਰ ਕੀ ਹੈ 2 ਇਸ ਕਰਕੇ ਇਹਨੂੰ ਕੋਮਨ ਪਾਵਰ ਲਿਖ ਲਿਆ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਹੁਣ ਇੱਥੇ ਵੀ ਦੇਖੋ 3 ਦੀ ਪਾਵਰ 2 ਹੈ, ਇੱਥੇ y ਦੀ ਪਾਵਰ ਵੀ 2 ਹੈ, ਇੱਥੇ ਮੈਨੂੰ ਲਿਖ ਲਿਆ ਇਸ ਤਰ੍ਹਾਂ। ਠੀਕ ਹੈ ਬੱਚੇ, ਸੋ ਕੋਈ ਮੁਸ਼ਕਿਲ ਨਹੀਂ ਹੈ। ਫਿਰ ਉਸ ਤੋਂ ਬਾਅਦ ਕੀ ਕਰਾਂਗੇ? ਇਹਨੂੰ ਐਜ਼ ਇਟ ਇਜ਼ ਲਿਖ ਲਿਆ, ਇਹਨੂੰ ਵੀ ਐਜ਼ ਇਟ ਇਜ਼ ਲਿਖ ਲਿਆ, ਇਹਨੂੰ ਮੈਂ ਐਜ਼ ਇਟ ਇਜ਼ ਲਿਖ ਲਿਆ। ਹਾਂ, ਇੱਥੇ ਦੇਖੋ ਕੋਮਨ ਕੱਢਿਆ ਇਹਨਾਂ ਦੋਨਾਂ 'ਚੋਂ, ਇਹਨਾਂ ਦੋਨਾਂ 'ਚ ਕੀ ਗਾ? 3 ਗਾ, ਇੱਥੇ ਵੀ 3 ਗਾ, 3 ਨੂੰ ਕੋਮਨ ਕੱਢ ਲਿਆ। ਇੱਥੇ 2 ਦੀ ਪਾਵਰ x ਕੋਮਨ, ਇੱਥੇ 2 ਦੀ ਪਾਵਰ 2x ਕੋਮਨ ਹੈ। ਇਹ ਦੋਨਾਂ 'ਚ 2x ਕੋਮਨ ਹੈ। 2x² ਕੋਮਨ ਨਹੀਂ ਹੈ, 2x ਕੋਮਨ ਹੈ। ਸੋ ਮੈਂ 2x ਇਕੱਲਾ 2x ਕੱਢਾਂਗਾ ਬਾਹਰ, ਔਰ 3y ਵੀ ਕੋਮਨ ਹੈ ਤਾਂ 3y ਕੋਮਨ ਰੱਖ ਲਿਆ ਬਾਹਰ। ਸੋ ਇੱਥੇ ਕੁਛ ਨਹੀਂ ਬਚਣਾ, ਸਿਰਫ ਇਸ ਤੋਂ ਇਲਾਵਾ ਇਹਦੀ ਪਾਵਰ 2x ਇਹਦੀ ਪਾਵਰ 1, 2x ਪਾਵਰ 1 ਬਚ ਜਾਏਗੀ ਦੀ। ਕਲੀਅਰ? ਫਿਰ ਇੱਥੇ ਵੀ ਇਹ ਵੀ ਬਾਹਰ ਜਾ ਚੁੱਕਾ ਹੈ, ਇੱਥੋਂ ਵੀ ਇਹ ਵੀ ਬਾਹਰ ਜਾ ਚੁੱਕਾ, ਅਤੇ ਇੱਥੋਂ ਇਹਦੇ ਵਿੱਚੋਂ ਇੱਕ ਬਾਹਰ ਜਾ ਚੁੱਕਾ ਕਿਉਂਕਿ ਪਾਵਰ 2 ਹੈ ਨਾ, ਇੱਕ ਬਾਹਰ ਕੱਢ ਚੁੱਕੇ ਪਰ ਇੱਕ ਇਹਦੇ ਕੋਲ ਹੈਗਾ, ਇਸ ਕਰਕੇ ਇੱਥੇ ਆ ਗਿਆ 2x + 3। ਸੋ ਬੱਚੇ ਆ ਜਿਹੜੀ ਚੀਜ਼ ਹੈ ਸੇਮ ਬਣ ਗਈ, ਉਹੀ ਜਿਹੜੀ ਆਇਡੈਂਟੀ ਆਪਾਂ ਕੀਤੀ ਹੈ ਹੁਣੇ, ਆਹ ਵਾਲੀ ਦੇਖੋ ਬਣੀ ਆ। AB + 3AB, A ਦੀ ਜਗ੍ਹਾ ਕੀ ਹੈ 2x, B 2x ਹੈ ਨਾ, A ਦੀ ਜਗ੍ਹਾ ਕੀ ਹੈ 2x ਅਤੇ B ਦੀ ਜਗ੍ਹਾ ਕੀ ਹੈ 3y। ਠੀਕ ਹੈ, ਇਹਨੂੰ ਇਹਨਾਂ ਕੰਪੇਅਰ ਕਰਕੇ ਦੇਖੋ, ਦੈਨ ਯੂ ਹੈਵ ਦਿਸ ਕਿ ਅਗਰ ਸਾਡੇ ਕੋਲ ਇਹ ਚੀਜ਼ ਐਕਸਪੈਂਡ ਫੋਰਮ 'ਚ ਬਣ ਗਈ ਹੈ, ਠੀਕ ਹੈ, ਇਟ ਮੀਨਸ ਇਹਦੀ ਦੂਜੀ ਸਾਈਡ ਕੀ ਹੋਏਗੀ ਆਹ ਵਾਲੀ, ਹੈ ਨਾ। ਇਹ ਕਿਹੜੀ ਸਾਈਡ ਹੈ? ਜਿਹੜੀ ਤੁਸੀਂ ਬਣਾਈ ਹੈ, ਇਹਨੂੰ ਇੰਨਾ ਕੰਪੇਅਰ ਕੀਤਾ ਨਾ ਤੁਸੀਂ, ਇਹਨੂੰ ਇੰਨਾ ਕੰਪੇਅਰ ਕੀਤਾ, ਦਿਸ ਇਜ਼ ਅ ਰਾਈਟ ਸਾਈਡ, ਅਤੇ ਲੈਫਟ ਸਾਈਡ ਫਿਰ ਐਂ ਹੋਣੀ ਚਾਹੀਦੀ ਹੈ ਇਹਦੀ। ਕਲੀਅਰ? ਅਗਰ ਤੁਸੀਂ ਇਹਨੂੰ ਇਹ ਚੀਜ਼ ਨੂੰ ਲਿਖ ਸਕਦੇ ਹੋ, ਅਤੇ ਇਹਨੂੰ ਆਪਾਂ ਐਂ ਲਿਖ ਸਕਦੇ ਹਾਂ। ਇਸ ਕਰਕੇ A ਦੀ ਜਗ੍ਹਾ ਕੀ ਆਏਗਾ? A ਦੀ ਜਗ੍ਹਾ ਆਏਗਾ 2x ਅਤੇ B ਦੀ ਜਗ੍ਹਾ ਕੀ ਆਏਗਾ 3y, ਇਹਦਾ ਹੋਲ ਕਿਊਬ ਆ ਗਿਆ। ਕਲੀਅਰ? ਫਿਰ ਉਸ ਤੋਂ ਬਾਅਦ ਕੀ ਕਰਾਂਗੇ? ਇਹਨੂੰ 3 ਟਾਈਮ ਲਿਖਣਾ, 3 ਟਾਈਮ ਲਿਖ ਦਿਓ। ਸੋ ਦਿਸ ਇਜ਼ ਯੋਰ ਕੰਪਲੀਟ ਫੈਕਟੋਰਾਈਜੇਸ਼ਨ। ਸੋ ਬੱਚਿਓ ਨੈਕਸਟ ਅਸੀਂ ਜਿਹੜੀ ਆਇਡੈਂਟੀ ਕਰਨ ਲੱਗੇ ਹਾਂ ਉਹ ਗਈ ਹੈ ਆਇਡੈਂਟੀ ਨੰਬਰ 7। ਆਇਡੈਂਟੀ ਨੰਬਰ 7 ਹੈ, ਬਹੁਤ ਇੰਪੋਰਟੈਂਟ ਹੈ।
एक्स क्यूब प्लस वाई क्यूब प्लस जेड क्यूब माइनस 3xyz इज इक्वल टू एक्स प्लस वाई प्लस जेड इंटू एक्स स्क्र प्लस वाई स्क्र प्लस जेड स्क्र माइनस एक्स वाई माइनस वाई जेड माइनस जेड एक्स ओके दिस इज़ वेरी इंपॉर्टेंट आइडेंटिटी और एग्जाम्पल नंबर 25 ਅਸੀਂ ਇਸ ਆइडेंटिटी ਦੇ ਨਾਲ ਆਪਾਂ ਸੋਲਵ ਕਰਾਂਗੇ ਕਲੀਅਰ ਉਹ ਦੇਖੋ ਬੱਚੇ ਇੱਥੇ ਹੈਗੀ ਹੈ ਕੰਪਲੀਟ ਫੈਕਟਰਾਈਜੇਸ਼ਨ ਕਰਨੀ ਹੈ ਇਹਨੂੰ ਫੈਕਟਰਾਈਜੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫੈਕਟਰਾਈਜੇਸ਼ਨ ਦਾ ਮਤਲਬ ਕੀ ਹੁੰਦਾ ਕਿ ਅਸੀਂ ਪੂਰੀ ਦੀ ਪੂਰੀ ਅਲਜੈਬਰਿਕ ਐਕਸਪ੍ਰੈਸ਼ਨ ਨੂੰ ਪ੍ਰੋਡਕਟ ਫਾਰਮ ਦੇ ਵਿੱਚ ਲਿਖਣਾ ਹੁੰਦਾ ਹੈ ਪ੍ਰੋਡਕਟ ਫਾਰਮ ਦੇ ਵਿੱਚ ਕਲੀਅਰ ਤੋ ਅਸੀਂ ਇਹ ਵਾਲੀ ਚੀਜ਼ ਨੂੰ ਇਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਲੀਅਰ ਜਾਂ ਤਾਂ ਉਹਦੀ ਆਪਾਂ ਲੈਫਟ ਸਾਈਡ ਬਣਾਵਾਂਗੇ ਤੇ ਜਾਂ ਉਹਦੀ ਆਪਾਂ ਰਾਈਟ ਸਾਈਡ ਬਣਾਵਾਂਗੇ ਕਲੀਅਰ ਤੁਸੀਂ ਦੇਖ ਰਹੇ ਹੋ ਕਿ ਇਸ ਚੀਜ਼ ਦੀ ਫੈਕਟਰਾਈਜੇਸ਼ਨ ਆ ਪਈ ਹੈ ਇਹ ਸਾਰੀ ਇਸ ਟਰਮ ਦੀ ਇਸ ਸਾਈਡ ਦੀ ਲੈਫਟ ਸਾਈਡ ਦੀ ਜਿਹੜੀ ਫੈਕਟਰਾਈਜੇਸ਼ਨ ਆ ਉਹ ਇਹ ਵਾ ਕਲੀਅਰ ਦਿਸ ਇਜ਼ ਅ ਫੈਕਟਰਾਈਜੇਸ਼ਨ ਕੰਪਲੀਟ ਫੈਕਟਰਾਈਜੇਸ਼ਨ ਠੀਕ ਹੈ ਇਟ ਮੀਨਸ ਆਹ ਜਿਹੜੀ ਫੈਕਟਰਾਈਜੇਸ਼ਨ ਦਿੱਤੀ ਹੈ ਉਹ ਇਹਦੇ ਵਰਗੀ ਹੋਏਗੀ ਜੇਕਰ ਮੈਂ ਇਹਨੂੰ ਇਹਦੇ ਵਰਗੂ ਲਿਖ ਸਕਾਂ ਜੇਕਰ ਮੈਂ ਇਸ ਇਸ ਟਰਮ ਨੂੰ ਇਸ ਐਲਜੈਬਰਿਕ ਐਕਸਪ੍ਰੈਸ਼ਨ ਨੂੰ ਇਹਦੇ ਵਾਂਗੂ ਲਿਖ ਸਕਾਂ ਤੇ ਮੈਂ ਫਿਰ ਉਹਨੂੰ ਇਹਦੇ ਵਰਗੂ ਵੀ ਲਿਖ ਸਕਾਂਗਾ ਠੀਕ ਹੈ ਇਹਦੇ ਇਕੁਅਲ ਵੀ ਲਿਖ ਸਕਾਂਗਾ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਹੈ 8x ਕਿਊਬ ਸਾਨੂੰ ਪਤਾ ਹੈ 2 ਦਾ ਕਿਊਬ ਕਰੀਏ ਤੇ 8 ਆਉਂਦਾ ਇਸ ਕਰਕੇ ਮੈਂ ਇੱਥੇ 2x ਕਿਊਬ ਲਿਖ ਸਕਦਾ ਹੈ ਨਾ ਹੋਲ ਪਾਵਰ ਕਿਊਬ ਲਿਖਤਾ ਜਦੋਂ ਮੈਂ ਕਿਊਬ ਖੋਲਾਂਗਾ ਤੇ ਇੱਥੇ 8 ਬਣ ਜਾਏਗਾ ਔਰ ਇੱਥੇ x ਕਿਊਬ ਬਣ ਜਾਏਗਾ ਠੀਕ ਹੈ ਇਹ 'ਚ ਕੋਈ ਫਰਕ ਨਹੀਂ ਹੈਗਾ y ਕਿਊਬ ਤੇ y ਕਿਊਬ ਵੀ ਲਿਖਾਂਗਾ ਹੁਣ 27z ਕਿਊਬ ਦਾ ਮਤਲਬ ਕੀ ਹੋਏਗਾ 3z ਕਿਊਬ ਕਿਉਂਕਿ 3 ਨੂੰ 3 ਵਾਰੀ ਮਲਟੀਪਲਾਈ ਕਰਨ ਤੇ 27 ਬਣੇਗਾ ਠੀਕ ਹੈ ਬੱਚੇ ਫਿਰ ਉਸ ਤੋਂ ਬਾਅਦ ਸਾਈਨ ਮਾਈਨਸ ਦਾ ਤੇ ਮੈਂ ਮਾਈਨਸ ਦਾ ਲਗਾਤਾ ਠੀਕ ਹੈ ਹੁਣ ਫਾਰਮੂਲਾ ਕੀ ਕਹਿ ਰਿਹਾ ਫਾਰਮੂਲਾ ਕਹਿ ਰਿਹਾ ਕਿ ਪਹਿਲੋਂ ਆਣਾ 3 ਠੀਕ ਹੈ 3 ਆ ਗਿਆ ਯੈਸ 3 ਆ ਗਿਆ ਉਸ ਤੋਂ ਬਾਅਦ ਉਹ ਕਹਿ ਰਿਹਾ ਫਿਰ ਲਿਖੋ x ਹੁਣ ਇੱਥੇ x ਦੀ ਜਗ੍ਹਾ ਕੀ ਹੈ ਹੈ ਨਾ ਪਹਿਲੋਂ ਕੀ ਲਿਖੋ ਫਿਰ x ਲਿਖੋ ਹੁਣ x ਦੀ ਜਗ੍ਹਾ ਇੱਥੇ ਕੀ ਹੈ ਇੱਥੇ x ਦੀ ਜਗ੍ਹਾ ਹੈਗਾ 2x ਮੈਂ ਲਿਖਤਾ 2x ਕਲੀਅਰ ਫਿਰ ਉਹ ਕਹਿੰਦਾ y ਲਿਖੋ ਆ ਰਿਹਾ ਉਹ ਕਹਿੰਦਾ ਇੱਥੇ y ਲਿਖੋ y ਦੀ ਜਗ੍ਹਾ ਕੀ ਹੈ ਬੱਚੇ y ਦੀ ਜਗ੍ਹਾ y ਹੀ ਹੈ ਤੇ ਲਿਖਤਾ y ਕਲੀਅਰ ਫਿਰ ਉਹ ਕੀ ਕਹਿ ਰਿਹਾ z ਲਿਖੋ ਫਿਰ ਉਹ ਕਹਿ ਰਿਹਾ z ਲਿਖੋ z ਦੀ ਜਗ੍ਹਾ ਕੀ ਹੈ ਬੱਚੇ 3z ਤੇ ਮੈਂ ਲਿਖਤਾ 3z ਹੁਣ ਜਰਾ ਮਲਟੀਪਲਾਈ ਕਰਕੇ ਦੇਖੋ ਉਹਨੂੰ ਕਿ ਤੁਹਾਡੇ ਕੋਲ 18 ਬਣਦਾ ਪਿਆ -18 ਬਣਦਾ ਪਿਆ ਦੇਖੋ ਜਰਾ 3 2 ਜਾ 6 6 3 ਜਾ 18 ਯੈਸ ਬਣਦਾ ਪਿਆ ਇਟ ਮੀਨਸ ਕੰਡੀਸ਼ਨ ਸੈਟਿਸਫਾਈ ਇਹ ਪੂਰੀ ਦੀ ਪੂਰੀ ਜਿਹੜੀ ਚੀਜ਼ ਆ ਉਹ ਤੁਸੀਂ ਕੀ ਲਿਖ ਲਈ ਹੈ ਉਹ ਇਹਦੇ ਇਕੁਅਲ ਲਿਖ ਲਈ ਹੈ ਠੀਕ ਹੈ ਨਾ ਮਤਲਬ ਕਿ ਇਹਨੂੰ ਤੁਸੀਂ ਇਹਦੇ ਇਕੁਅਲ ਲਿਖ ਲਿਆ ਜੇ ਤੁਸੀਂ ਇਹਨੂੰ ਇਹਦੇ ਇਕੁਅਲ ਲਿਖ ਲਿਆ ਤੇ ਫਿਰ ਬੱਚੇ ਕੀ ਹੋਏਗਾ ਬਹੁਤ ਹੀ ਸਿੰਪਲ ਹੈ ਕਿ ਤੁਸੀਂ ਆਹ ਵਾਲੀ ਚੀਜ਼ ਨੂੰ ਇਹਦੇ ਇਕੁਅਲ ਲਿਖ ਸਕਦੇ ਹੋ ਠੀਕ ਹੈ ਨਾ ਇਹਦੇ ਵਰਗਾ ਬਣਾ ਸਕਦੇ ਹੋ ਠੀਕ ਹੈ ਹੁਣ ਆਪਾਂ ਇਹ ਵਾਲੀ ਚੀਜ਼ ਨੂੰ ਇਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਕੀ ਹੈ x ਠੀਕ ਹੈ ਪਹਿਲਾਂ ਆਪਾਂ ਲਿਖਣਾ x ਪਰ x ਦੀ ਜਗ੍ਹਾ ਸਾਡੇ ਕੋਲ ਕੀ ਹੈ 2x ਆਪਾਂ ਲਿਖਤਾ 2x ਫਿਰ y ਦੀ ਜਗ੍ਹਾ ਕੀ ਸਾਡੇ ਕੋਲ y ਲਿਖ ਲਿਆ ਫਿਰ z ਦੀ ਜਗ੍ਹਾ ਕੀ ਸਾਡੇ ਕੋਲ 3z ਲਿਖ ਲਿਆ ਫਿਰ ਕਹਿੰਦਾ ਬ੍ਰੈਕਟ ਕਲੋਜ਼ ਕਰ ਦਿਓ ਬ੍ਰੈਕਟ ਕਲੋਜ਼ ਕਰਤੀ ਫਿਰ ਬ੍ਰੈਕਟ ਓਪਨ ਕਰ ਦਿਓ ਬ੍ਰੈਕਟ ਓਪਨ ਕਰ ਲਈ ਫਿਰ ਉਹ ਕਹਿ ਰਿਹਾ ਸਾਡੇ ਕੋਲ ਆਉਣਾ ਚਾਹੀਦਾ x² ਪਰ x ਦੀ ਜਗ੍ਹਾ ਹੈਗਾ ਕੀ ਸੀ ਸਾਡੇ ਕੋਲ 2x ਫਿਰ 2x ਦਾ ਸਕੁਅਰ ਕਰੋ ਤਾਂ ਕੀ ਬਣੇਗਾ 4x² ਹੈ ਨਾ ਦੇਖੋ 2x ਹੈ 2x ਦਾ ਸਕੁਅਰ ਕਰਾਂਗੇ ਕੀ ਬਣੇਗਾ 4x² ਕਲੀਅਰ ਉਹ ਚੀਜ਼ ਲਿਖੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਕਹਿ ਰਿਹਾ y ਦਾ ਸਕੁਅਰ ਤਾਂ y ਦਾ ਸਕੁਅਰ ਹੀ ਆਏਗਾ ਕਿਉਂਕਿ y ਦੀ ਜਗ੍ਹਾ 'ਤੇ y ਹੀ ਹੈ ਸਾਡੇ ਕੋਲ ਫਿਰ ਉਸ ਤੋਂ ਬਾਅਦ ਕਹਿ ਰਿਹਾ z ਦਾ ਸਕੁਅਰ ਕਰੋ z ਦਾ ਸਕੁਅਰ ਦਾ ਮਤਲਬ ਕੀ ਹੋਏਗਾ 3z² ਤਾਂ ਹੀ ਨਾ z ਸੋ ਇਸੇ ਤਰ੍ਹਾਂ ਆਪਾਂ ਵੈਲਿਊ ਫਿਲ ਕਰ ਦਿੱਤੀ ਹੈ ਕਲੀਅਰ ਸਭ ਤੋਂ ਪਹਿਲਾਂ ਕਹਿ ਰਿਹਾ xy ਲਿਖੋ x ਕੀ ਸਾਡੇ ਕੋਲ 2x y ਕੀ ਸਾਡੇ ਕੋਲ y ਸੋ ਲਿਖ ਲਿਆ 2xy ਫਿਰ ਉਹ ਕਹਿ ਰਿਹਾ yz ਲਿਖੋ ਮਾਈਨਸ ਲਗਾ ਕੇ ਮਾਈਨਸ ਲਗਾ ਲਿਆ yz ਲਿਖੋ y ਦੀ ਜਗ੍ਹਾ y ਹੈਗਾ ਅਤੇ z ਦੀ ਜਗ੍ਹਾ ਕੀ ਹੈਗਾ 3z ਲੋ ਜੀ ਲਿਖ ਲਿਆ y 3z ਆ ਗਿਆ ਫਿਰ ਉਹ ਕਹਿ ਰਿਹਾ ਲਿਖੋ ਮਾਈਨਸ ਲਿਖ ਲਿਆ ਮਾਈਨਸ ਫਿਰ ਉਹ ਕਹਿ ਰਿਹਾ zx ਲਿਖੋ zx ਕੀ ਆਏਗਾ z 3z ਐਂਡ x ਕੀ ਹੈ 2x ਮੈਂ ਲਿਖ ਲਿਆ 3z ਐਂਡ 2x ਸੋ ਇਹਨੂੰ ਸਿੰਪਲੀਫਾਈ ਕਰਤਾ 2xy ਆ ਗਿਆ 3yz ਆ ਗਿਆ 3 2 ਜਾ 6xz ਆ ਗਿਆ ਸੋ ਦਿਸ ਇਜ਼ ਯੋਰ ਕੰਪਲੀਟ ਫੈਕਟਰਾਈਜੇਸ਼ਨ ਦੇਖੋ ਦੋਨੋਂ ਟਰਮਸ ਕਿਹਦੇ 'ਚ ਆ ਗਈਆਂ ਮਲਟੀਪਲਾਈ ਦੇ ਵਿੱਚ ਆ ਗਈਆਂ ਸੋ ਦਿਸ ਇਜ਼ ਯੋਰ ਆਨਸਰ ਕੰਪਲੀਟ ਫੈਕਟਰਾਈਜੇਸ਼ਨ